ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਜਿਸਨੂੰ ਮਤਿ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸ਼ਲੋਕ ਮਹੱਲਾ ਪਹਿਲਾ। ਰਾਤੀ ਕਾਲ ਕਟੈ ਦਿਨ ਕਾਲ, ਛੀਜੈ ਕਾਇਆ ਹੋਏ ਪਰਾਲ। ਵਰਤਨ ਵਰਤਿਆ ਸਰਬ ਜੰਜਾਲ, ਭੁੱਲਿਆ ਚੁੱਕ ਗਿਆ ਤਪਤਾਲ। ਅੰਧਾ ਝੱਕ ਝੱਕ ਪਿਆ ਝੇਰ, ਪਿੱਛੇ ਰੋਵੈ ਲਿਆ ਮੈਂ ਫੇਰ। ਬਿਨ ਬੂਝੇ ਕਿਛ ਸੂਝੈ ਨਾਹੀ, ਮੋਇਆ ਰੋਹੇ ਰੋਂਦੇ ਮਰ ਜਾਹੀ। ਨਾਨਕ ਖਸਮੈ ਏਵੈ ਭਾਵੈ, ਸੇਈ ਮੁਏ ਜਿਨ ਚਿਤ ਨ ਆਵੈ। ਮਹੱਲਾ ਪਹਿਲਾ। ਮੂਆ ਪਿਆਰ ਪ੍ਰੀਤ ਮੂਈ, ਮੂਆ ਵੈਰ ਵਾਦੀ। ਵਨ ਗਿਆ ਰੂਪ ਵਿਨਸਿਆ, ਦੁਖੀ ਦੇਹ ਰੁਲੀ। ਕਿੱਥੋਂ ਆਇਆ ਕਹਿ ਗਿਆ, ਕਿਹੋ ਨਸੀਓ ਕਿਹੋ ਸੀ। ਮਨਮੁਖ ਗੱਲਾਂ ਗੋਈਆਂ, ਕੀਤਾ ਚਾਉ ਰਲੀ। ਨਾਨਕ ਸੱਚੇ ਨਾਮ ਬਿਨ, ਸਿਰ ਖੁਰ ਪਤ ਪਾਟੀ। ਪੌੜੀ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਬਾਜ ਗੁਰੂ ਜਗਤ ਬਿਉਰਾਨਾ, ਨਾਵੈ ਸਾਰ ਨ ਪਾਈ। ਸਤਿਗੁਰ ਸੇਵੈ ਸੇ ਪਰਵਾਨ, ਜਿਨ ਜੋਤੀ ਜੋਤ ਮਿਲਾਈ। ਸੋ ਸਾਹਿਬ ਸੋ ਸੇਵਕ ਤੇਹਾ, ਜਿਸ ਭਾਣਾ ਮਨ ਵਸਾਈ। ਆਪਣੈ ਭਾਣੈ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਵਿਖਿਆ ਕਦੇ ਹੀ ਰੱਜੈ ਨਾਹੀ, ਮੂਰਖ ਭੁਖ ਨਾ ਜਾਈ। ਦੂਜਾ ਸਭ ਕੋ ਲਗ ਵਿਗੂਤਾ, ਬਿਨ ਸਤਿਗੁਰ ਬੂਝ ਨ ਪਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜਾਈ।
दूजा सबको लग विगुता, बिन सतगुर बूझ न पाई। सतगुर सेवे सो सुख पाए, जिसनु किरपा करे रजाई। वाहिगुरु जी का खालसा, वाहिगुरु जी की फतेह। चल रही लड़ीवार गुरु शब्द दी विचार आप जी नूं सरवण करा रहे हैं। अति सत्कारयोग ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ, ਉਹਨਾਂ ਪਾਸੋਂ ਆ ਬੜੇ ਪਿਆਰ ਨਾਲ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਜੋ ਵੀ ਲੋੜਵੰਦ ਪਰਿਵਾਰ ਹਨ ਉਹਨਾਂ ਦੀ ਸਹਾਇਤਾ ਵਾਸਤੇ ਆਪਣੇ ਇਲਾਕੇ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਲੋੜਵਾਰਾਂ ਵਾਸਤੇ ਲੋੜਵੰਦਾਂ ਵਾਸਤੇ ਜ਼ਰੂਰੀ ਰਸਦ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ। ਆਸ ਹੈ ਬੇਨਤੀ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲਯ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदियां अपने लोक परलोक दे सुखदाते सतगुरु छतर चवर तखत दे मालक सतगुरु धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु की पावन बाणी दी चल रही लड़ीवार कथा दा जो पवित्र शब्द आप जी ने भाई परमजीत सिंह जी पासों सरवण किया है,
ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 1287 ਅੰਗ ਤੇ ਦਰਜ ਹੈ। ਬਾਣੀ ਦਾ ਜੋ ਕਾਵ ਸਰੂਪ ਹੈ ਉਹ ਹੈ ਮਲ੍ਹਾਰ ਕੀ ਵਾਰ। ਇਸ ਵਾਰ ਦੇ ਉਚਾਰਨ ਕਰਤਾ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਵਾਰ ਦੇ ਮੂਲ ਸਰੂਪ ਪੌੜੀ ਦੇ ਨਾਲ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਗਈ ਤਾਂ ਪੰਜਵੇਂ ਪਾਤਸ਼ਾਹ ਜੀ ਨੇ ਜੋ 2 ਸ਼ਲੋਕ ਦਰਜ ਕੀਤੇ ਨੇ ਉਹ ਦੋਨੋਂ ਹੀ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਇਹ ਸਾਰੀ ਸਿੱਖੀ ਦਾ ਮੂਲ ਸੂਤਰ ਹੈ ਕਿ ਜੇ ਗੁਰੂ ਬਾਣੀ ਤੋਂ ਬਿਨਾਂ ਕਿਸੇ ਨੂੰ ਮੰਨਾਂਗੇ ਤਾਂ ਭਟਕ ਜਾਵਾਂਗੇ, ਜੇ ਬਾਣੀ ਨੂੰ ਗੁਰੂ ਨਹੀਂ ਮੰਨਾਂਗੇ ਤਾਂ ਵੀ ਭਟਕ ਜਾਵਾਂਗੇ। ਸਾਡੇ ਵਿੱਚ ਸਰੀਰ ਗੁਰੂ, ਤਸਵੀਰ ਗੁਰੂ ਇਹ ਕਨਸੈਪਟ ਨਹੀਂ ਹੈਗਾ। ਜੇ ਹੁੰਦਾ ਤੇ ਜਨਮ ਸਾਖੀ ਦੇ ਇਹ ਸ਼ਬਦ ਸਾਡੇ ਤੱਕ ਆਉਣੇ ਨਹੀਂ ਸੀ ਕਿ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮਾਹੇ। ਸੰਸਾਰ ਦੇ ਲੋਕੋ, ਬਾਬਾ ਜਾਹਰ ਪੀਰ ਜਗਤ ਗੁਰ ਬਾਬਾ ਗੁਰਬਾਣੀ ਦੇ ਵਿੱਚ, ਸਿੱਖੀ ਦੇ ਵਿੱਚ ਪਹਿਲਾ ਬਾਬਾ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਹੋਇਆ। ਬਾਬਾ ਸ਼ਬਦ ਸਾਡੇ ਸਮਾਜਿਕ ਰਿਸ਼ਤਿਆਂ ਦੇ ਵਿੱਚ ਦਾਦੇ ਨੂੰ ਕਹਿੰਦੇ ਨੇ। ਧਰਮ ਦੀ ਦੁਨੀਆ ਦੇ ਵਿੱਚ ਬਾਬਾ ਸ਼ਬਦ ਬਹੁਤ ਪਵਿੱਤਰ ਸ਼ਬਦ ਭਾਈ ਗੁਰਦਾਸ ਜੀ ਨੇ ਸਾਨੂੰ ਦਰਸਾਇਆ ਹੈ, ਕਿਉਂਕਿ ਜਿਹੜੇ ਲਕਬ ਗੁਰੂ ਨਾਨਕ ਸਾਹਿਬ ਦੇ ਨਾਲ ਵਰਤੇ ਗਏ ਨੇ, ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਸੈਂਸ ਹੈ ਉਹ ਵੱਡੀ ਤੋਂ ਵੱਡੀ ਹੈ। ਹੁਣ ਅਸੀਂ ਜਿਹੜੇ ਯੋਗਤਾ ਵੀ ਨਹੀਂ ਰੱਖਦੇ, ਅਸੀਂ ਉਹਨਾਂ ਨੂੰ ਵੀ ਬਾਬਾ ਕਹਿੰਦੇ ਆ। ਸੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਤੀ ਇਹ ਸ਼ਬਦ ਭਾਈ ਗੁਰਦਾਸ ਜੀ ਨੇ ਸਾਨੂੰ ਦ੍ਰਿੜ ਕਰਾਇਆ। ਤੇ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਕਿ ਸੰਸਾਰ ਦੇ ਲੋਕੋ, ਗੁਰੂ ਨਾਨਕ ਨੂੰ ਮੜੀਆਂ ਤੇ ਗੋਰਾ ਚ ਲੱਭਣ ਨਾ ਜਾਣਾ। ਗੁਰੂ ਨਾਨਕ ਗੁਰੂ ਅੰਗਦ ਦੇ ਹਿਰਦੇ ਵਿੱਚ ਵਸ ਗਿਆ, ਕਿਉਂਕਿ ਜੋਤ 오ਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਹੈ। ਸੋ ਪਹਿਲੀ ਜਿਹੜੀ ਸਿੱਖਿਆ ਹੈ ਉਹ ਹੈ ਕਿ ਸ਼ਬਦ ਨੂੰ ਗੁਰੂ ਮੰਨਣਾ, ਔਰ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਸਟੈਂਡ ਕਰਨਾ ਕਿ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਹੁ ਰਨ। ਅੱਜ ਵੀ ਤੁਸੀਂ ਵੇਖੋ ਜਿੰਨੀ ਦੁਨੀਆ ਨੇ ਉਨਤੀ ਤਰੱਕੀ ਕੀਤੀ ਹੈ ਉਹ ਮੂਰਤੀਆਂ ਨਾਲ ਨਹੀਂ ਕੀਤੀ, ਸ਼ਬਦਾਂ ਨਾਲ ਕੀਤੀ ਹੈ। ਜਿੰਨੀ ਪੜ੍ਹਾਈ ਲਿਖਾਈ ਉਹ ਸ਼ਬਦਾਂ ਨਾਲ ਹੁੰਦੀ, ਤਸਵੀਰਾਂ ਨਾਲ ਨਹੀਂ ਹੁੰਦੀ। ਪਰ ਪਤਾ ਨਹੀਂ
ਅਸੀਂ ਧਰਮ ਦੀ ਦੁਨੀਆ ਦੇ ਵਿੱਚ ਰਹਿਣ ਵਾਲੇ ਲੋਕ ਜਾਂ ਧਰਮੀ ਅਖਵਾਉਣ ਵਾਲੇ ਲੋਕ ਜਾਂ ਸੋ ਕਾਲਡ ਜਿਹੜੇ ਅਸੀਂ ਧਰਮੀ ਆ, ਅਸੀਂ ਅੱਜ ਵੀ ਉੱਥੇ ਹੀ ਖਲੋਤੇ ਆ। ਸਾਰੀ ਦੁਨੀਆ ਅਗਰ ਅੱਜ ਕਿਸੇ ਬੋਧ ਦੀ ਅਧਿਕਾਰੀ ਹੋਈ ਹੈ ਤਾਂ ਉਹ ਸ਼ਬਦਾਂ ਨਾਲ ਹੋਈ ਹੈ। ਅੱਜ ਵੀ ਤੁਸੀਂ ਵੇਖ ਲਓ, ਜਦੋਂ ਸਾਰੇ ਧਰਮਾਂ ਦੇ ਲੋਕਾਂ ਨੇ ਹੱਥ ਪਿੱਛੇ ਖਿੱਚ ਲਿਆ ਤੇ ਕੇਵਲ ਸ਼ਬਦਾਂ ਤੇ ਟੇਕ ਰੱਖਣ ਵਾਲੇ ਡਾਕਟਰ ਵਿਗਿਆਨੀ ਲੋਕ ਜਿਹੜੇ ਨੇ ਉਹ ਇਸ ਮਹਾਮਾਰੀ ਨਾਲ ਜੂਝ ਰਹੇ ਨੇ। ਮੈਂ ਤੇ ਕਹਾਂਗਾ ਕਿ ਜਿਹੜੇ ਅੱਜ ਡਾਕਟਰ ਇਸ ਬਿਮਾਰੀ ਨਾਲ ਮਰਨ, ਉਹਨਾਂ ਨੂੰ ਸ਼ਹੀਦ ਕਹਿਣਾ ਚਾਹੀਦਾ। ਇੱਥੇ ਬਾਥਰੂਮ 'ਚ ਡਿੱਗ ਕੇ ਮਰ ਜਾਏ ਸੀ ਉਹਨੂੰ ਵੀ ਸ਼ਹੀਦ ਕਹਿੰਦੇ ਆ। ਕੋਈ ਚੀਚੀ ਨੂੰ ਥੋੜਾ ਜਿਹਾ ਲਹੂ ਲਾ ਲਵੇ, ਅਸੀਂ ਉਹਨੂੰ ਵੀ ਸ਼ਹੀਦ ਕਹਿਣੋਂ ਨਹੀਂ ਹਟਦੇ, ਉਹਨਾਂ ਦੇ ਭੋਗ ਪਾਉਣੋਂ ਨਹੀਂ ਹਟਦੇ। ਪਰ ਅੱਜ ਅਗਰ ਡਾਕਟਰਾਂ ਨੇ ਇਹਦੇ ਟੈਸਟ ਦੀ ਕਿੱਟ ਤਿਆਰ ਨਾ ਕੀਤੀ, ਇਸ ਬਿਮਾਰੀ ਦੀ ਦਵਾਈ ਤਿਆਰ ਨਾ ਕੀਤੀ, ਆ ਵੇਖ ਲਿਆ ਤੁਸੀਂ ਗੁਰੂ ਕੇ ਕੀਰਤਨੀਏ। ਮੈਂ ਸ਼ਾਬਾਸ਼ ਦਿੰਦਾ ਇਹਨਾਂ ਨੂੰ ਕਿ ਜਿਨ੍ਹਾਂ ਨੇ, ਛੋਟਾ ਜਿਹਾ ਬੱਚਾ ਵੀ ਨਾਲ ਹੈ, 3-4 ਮਹੀਨੇ ਪਹਿਲਾਂ ਭਾਈ ਸਾਹਿਬ ਦਾ ਪਰਿਵਾਰ ਚੜ੍ਹਾਈ ਕਰ ਗਿਆ ਹੈ। ਪਰ ਜੇ ਅੱਜ ਵਕਤ ਦੀ ਲੋੜ ਬਣੀ ਹੈ ਤੇ ਕੱਲ ਸ਼ਾਮ ਤੋਂ ਆ ਕੇ ਸੋਦਰ ਦੀ ਚੌਂਕੀ ਦਾ ਕੀਰਤਨ ਵੀ ਕੀਤਾ ਹੈ, ਆਰਤੀ ਦੀ ਚੌਂਕੀ ਦਾ ਕੀਰਤਨ ਵੀ ਕੀਤਾ ਹੈ। ਹੁਣ ਆਸਾ ਕੀ ਵਾਰ ਦਾ ਚੌਂਕੀ ਦਾ ਕੀਰਤਨ ਵੀ ਇਹਨਾਂ ਨੇ ਕੀਤਾ ਹੈ। ਨੁਕਸ ਕੱਢਣ ਦਾ ਕੀ ਹੈ, ਜਿੰਨੇ ਮਰਜ਼ੀ ਕੱਢ ਦਿਓ। ਪਰ ਅੱਜ ਉਹ ਕਿੱਥੇ ਨੇ ਉਹ ਕੀਰਤਨੀਏ? ਕੋਈ ਕਹਿੰਦਾ ਮੇਰਾ A ਗ੍ਰੇਡ ਹੈ, ਕੋਈ ਕਹਿੰਦਾ ਮੇਰਾ A+ ਗ੍ਰੇਡ ਹੈ, ਕੋਈ ਕਹਿੰਦਾ ਮੈਂ ਸੁਪਰ ਰਾਗੀ ਹਾਂ। ਅੱਜ ਕੋਈ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਤਿਆਰ ਨਹੀਂ ਹੈ। ਕਰੋਨਾ ਆ ਗਿਆ ਤੇ ਜੇ ਇਸ ਦਰ ਤੋਂ ਕਿਸੇ ਨੂੰ ਕਰੋਨਾ ਲੈ ਜਾਏਗਾ ਤੇ ਮੇਰੀ ਮੱਤ ਤੇ ਕਹਿੰਦੀ ਹੈ ਕਿ ਫਿਰ ਦੁਨੀਆ ਦਾ ਕੋਈ ਦਰ ਨਹੀਂ ਜਿੱਥੋਂ ਕਰੋਨੇ ਤੋਂ ਆਪਾਂ ਬਚ ਸਕਦੇ ਹਾਂ। ਮੈਂ ਆਪਣੇ ਸਾਥੀ ਗੁਰੂ ਕੇ ਵਜ਼ੀਰਾਂ ਨੂੰ, ਭਾਈ ਸਾਹਿਬ ਹੋਰਾਂ ਨੂੰ ਇੱਕੋ ਹੀ ਗੱਲ ਕਹੀ ਸੀ। ਮੈਂ ਕਿਹਾ ਵੇਖੋ, ਅੱਜ ਪਿੱਛੇ ਨਹੀਂ ਹਟਣਾ, ਪਰ ਜੇ ਅੱਜ ਹਟੋਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਹਾਜ਼ਰੀ ਭਰਾਂਗਾ ਜਿੰਨੇ ਸਵਾਸੂ ਹੋਣਗੇ, ਪਰ ਜਿਹੜਾ ਅੱਜ ਮੇਰੇ ਨਾਲ ਸਾਥ ਦੇ ਕੇ ਇੱਥੇ ਸੇਵਾ ਨਹੀਂ ਨਿਭਾਏਗਾ, ਉਹ ਸਮਾਂ ਠੀਕ ਹੋਣ ਤੇ ਫਿਰ ਡਿਊਟੀ ਦੀ ਆਸ ਨਾ ਰੱਖੇ। ਮੈਂ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਮਹਾਨ 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 ਪੰਥ ਦੇ ਕੀਰਤਨੀਏ ਨੇ, ਅੱਜ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਪਹੁੰਚ ਕੀਤੀ ਜਾਵੇ ਵੀ ਤੁਸੀਂ ਹਾਜ਼ਰੀ ਭਰਨੀ ਕਿ ਨਹੀਂ ਭਰਨੀ। ਜੇ ਨਹੀਂ ਭਰਨੀ ਤੇ ਫਿਰ ਅੱਜ ਸਾਨੂੰ ਲੋੜ ਹੈ, ਫਿਰ ਇਹ ਚੇਤਾ ਰੱਖਣਾ ਕੱਲ ਨੂੰ ਤੁਹਾਨੂੰ ਵੀ ਲੋੜ ਪੈਣੀ ਹੈ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਹੁੰਦਾ ਕਿ ਅਸੀਂ ਅੱਜ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ, ਕਿਉਂਕਿ ਅੱਜ ਬੱਚਿਆਂ ਨੂੰ ਤੁਹਾਡੀ ਮਾਂ-ਬਾਪ ਦੀ ਲੋੜ ਹੈ। ਤਾਂ ਫਿਰ ਇਹ ਗੱਲ ਯਾਦ ਰੱਖਣਾ, ਉਹ ਦਿਨ ਦੂਰ ਨਹੀਂ ਜਿੱਦਣ ਤੁਹਾਨੂੰ ਬੱਚਿਆਂ ਦੀ ਲੋੜ ਪੈਣੀ ਹੈ ਤੇ ਬੱਚਿਆਂ ਨੇ ਇਹੀ ਪਾਠ ਤੁਹਾਨੂੰ ਸੁਣਾਉਣਾ ਹੈ ਕਿ ਬਾਪੂ ਜਦੋਂ ਮੈਨੂੰ ਲੋੜ ਸੀ ਤੂੰ ਸਮਾਂ ਦਿੱਤਾ ਸੀ। ਤਾਂ ਫਿਰ ਯਾਦ ਰੱਖਿਓ, ਉਸ ਵੇਲੇ ਤੁਹਾਨੂੰ ਵੀ ਬੱਚਿਆਂ ਨੇ ਸਮਾਂ ਨਹੀਂ ਦੇਣਾ। ਕੁਝ ਫੈਸਲੇ ਬੜੇ ਸਖਤ ਕਰਨੇ ਪੈਣਗੇ ਸਾਨੂੰ ਕਿ ਦੂਜਿਆਂ ਨੂੰ ਇਹ ਗੱਲ ਕਹਿਣ ਵੇਲੇ ਅਸੀਂ ਵੱਡੇ ਵੱਡੇ ਰਾਗ ਅਲਾਪੀਏ, ਵੱਡੀਆਂ ਵੱਡੀਆਂ ਸਰਗਮਾਂ ਗਾ ਦਈਏ ਅਸੀਂ, ਕਿ ਮੌਤ ਜਿਹੜੀ ਹੈ, ਸਿੱਖਾਂ ਨੇ ਜੀ ਮੌਤ ਨਾਲ ਗੱਲਾਂ ਕੀਤੀਆਂ ਨੇ ਜੀ, ਸਿੱਖਾਂ ਨੇ ਜੀ ਮੌਤ ਨੂੰ ਵੰਗਾਰਿਆ ਜੀ। ਉਹ ਧੰਨ ਬਾਬਾ ਦੀਪ ਸਿੰਘ ਸਨ ਭਾਈ, ਤੁਸੀਂ ਨਹੀਂ ਸੀ। ਤੁਸੀਂ ਤੇ ਉਹਨਾਂ ਦੇ ਨਾਂ ਤੇ ਪ੍ਰਸ਼ਾਦੇ ਛਕਣ ਵਾਲੇ ਹੋ। ਸਤਿਗੁਰੂ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ।
ਅੱਜ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡਾ ਮਾਰਗ ਦਰਸ਼ਨ ਕੀਤਾ ਕਿ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ। ਮੈਂ ਹਮੇਸ਼ਾ ਬੇਨਤੀ ਕਰਦਾ, ਕੋਈ ਹੈ ਦੁਨੀਆ ਵਿੱਚ ਜਿਹੜਾ ਕੋਈ ਇਹ ਗੱਲ ਕਵੇ ਕਿ ਮੈਂ ਪਰਮਾਤਮਾ ਦੇ ਇਸ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ, ਇਸ ਪ੍ਰਭੂ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ, ਉਹਦਾ ਜਿਹੜਾ ਗੁਰ ਮੰਤਰ ਹੈ, ਉਹਦਾ ਜਿਹੜਾ ਮੂਲ ਮੰਤਰ ਹੈ, ਮੈਂ ਉਹਦੇ ਕਰਕੇ ਦੁੱਖ ਭੋਗ ਰਿਹਾ ਜਾਂ ਮੈਂ ਦੁਖੀ ਹਾਂ। ਹੋ ਸਕਦਾ ਅਸੀਂ ਬਣਾਏ ਕਰ ਕਰਕੇ ਦੁਖੀ ਹੋਈਏ। ਬੜੇ ਲੋਕ ਨੇ, ਇਸੇ ਕਰਕੇ ਉਹ ਵਾਸਤੂ ਸ਼ਾਸਤਰ ਵਾਲਿਆਂ ਦੇ ਮਗਰ ਤੁਰੇ ਫਿਰਦੇ ਨੇ, ਕੰਧਾਂ ਤੋੜੀ ਜਾਂਦੇ ਨੇ, ਰਸੋਈਆਂ ਤੋੜੀ ਜਾਂਦੇ ਨੇ, ਬੂਹੇ ਭੰਨੀ ਜਾਂਦੇ ਨੇ, ਕੰਧਾਂ ਨਵੀਆਂ ਕੱਢੀ ਜਾਂਦੇ ਨੇ, ਔਰ ਕਹੀ ਜਾਂਦੇ ਨੇ ਇਹ ਘਰ ਸਾਨੂੰ ਨਾ ਫਲਿਆ ਨਹੀਂ ਹੈ। ਹੋ ਸਕਦਾ ਕੋਈ ਘਰ ਕਰਕੇ ਦੁਖੀ ਹੋਵੇ, ਕਈ ਕਾਰੋਬਾਰ ਕਰਕੇ ਦੁਖੀ ਨੇ, ਨਹੀਂ ਜੀ ਇਹ ਫੈਕਟਰੀ ਤੇ ਸਾਨੂੰ ਫਲੀ ਨਹੀਂ ਹੈ। ਕਈ ਤੇ ਗੱਡੀ ਤੋਂ ਹੀ ਬੜੇ ਦੁਖੀ ਨੇ, ਕਹਿੰਦੇ ਜੀ ਲੋਹਾ ਹੀ ਨਹੀਂ ਸਾਨੂੰ ਫਲਿਆ। ਕਈ ਆਪਣੇ ਸੰਜੋਗਾਂ ਤੋਂ ਬੜੇ ਦੁਖੀ ਨੇ, ਕਈ ਆਪਣੀ ਸੰਤਾਨ ਤੋਂ ਦੁਖੀ ਨੇ, ਤੇ ਮੈਨੂੰ ਖਿਮਾ ਕਰਨਾ, ਕਈ ਤੇ ਆਪਣੇ ਆਪ ਤੋਂ ਵੀ ਦੁਖੀ ਨੇ। ਐਸੇ ਵੀ ਲੋਕ ਹੈਗੇ ਨੇ ਦੁਨੀਆ ਵਿੱਚ, ਪਰ ਪਰਮੇਸ਼ਰ ਦੇ ਨਾਮ ਤੋਂ ਕੋਈ ਦੁਖੀ ਨਹੀਂ ਹੋ ਸਕਦਾ। ਕਿਹੜਾ ਦੁਨੀਆ ਦਾ ਸੁੱਖ ਹੈ ਜਿਹੜਾ ਰੱਬ ਦੇ ਨਾਮ ਤੋਂ ਨਹੀਂ ਮਿਲ ਸਕਦਾ? ਮੈਂ ਕੱਲ ਵੀ ਬੇਨਤੀ ਸ਼ੁਰੂ ਕੀਤੀ ਸੀ, ਪਰ ਸਮੇਂ ਦੀ ਇੱਕ ਆਪਣੀ ਸੀਮਾ ਹੈ ਕਿ ਗੁਰੂ ਦੇ ਆਖਰੀ ਅਰਥ ਗਿਆਨ ਦਾ ਦਾਤਾ ਹੈ। ਗੁਰੂ ਦੇ ਆਖਰੀ ਅਰਥ ਜਿਹੜੇ ਨੇ ਉਹ ਅੰਧੇਰੇ ਨੂੰ ਨਿਕਲ ਜਾਣ ਵਾਲਾ ਹੈ। ਪਰ ਅਸੀਂ ਗੁਰੂ ਨੂੰ, ਐਸੀ ਸਾਡੀ ਕਮਰਸ਼ੀਅਲ ਬਿਰਤੀ ਸੀ, ਸੋਚ ਸੀ, ਇਸ ਵਪਾਰੀ ਵਰਗ ਨੇ ਨਾ ਤੇ ਧਰਮ ਨੂੰ ਬਖਸ਼ਿਆ, ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਆ। ਔਰ ਇੱਥੋਂ ਤੱਕ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਕੱਢ ਦਿੱਤੇ ਵੀ ਆਹ ਸ਼ਬਦ ਪੜੋਗੇ ਤੇ ਤੁਹਾਡੇ ਘਰ ਲੜਕਾ ਹੋਏਗਾ। ਵੱਡਾ ਹੋ ਕੇ ਭਾਵੇਂ ਸਾਰੀ ਦਾੜੀ ਪੱਟ ਦੇਵੇ ਉਹ, ਪਰ ਹੋਏਗਾ ਲੜਕਾ ਹੀ। ਇਹ ਸ਼ਬਦ ਪੜੋਗੇ ਤੇ ਕਾਰੋਬਾਰ ਵਧਣਗੇ, ਇਹ ਸ਼ਬਦ ਪੜੋਗੇ ਤੁਹਾਡੇ ਦੁੱਖ ਚਲੇ ਜਾਣਗੇ। ਬਕਾਇਦਾ ਦੁੱਖ ਭੰਜਣੀ ਦਾ ਗੁਟਕਾ ਪ੍ਰਿੰਟ ਕਰ ਦਿੱਤਾ, ਸਿਰਫ ਆਪਣੀ ਕਮਾਈ ਵਾਸਤੇ। ਸੁਖਮਨੀ ਸਾਹਿਬ ਦੇ ਗੁਟਕੇ ਨੇ, ਨਿਤਨੇਮ ਦੇ ਗੁਟਕੇ ਨੇ, ਸੁੰਦਰ ਗੁਟਕਾ ਹੈ ਸਾਡੇ ਕੋਲ ਭਾਈ। ਪੜ੍ਹਦਿਆਂ ਪੜ੍ਹਦਿਆਂ ਸਵੇਰ ਤੋਂ ਦੁਪਹਿਰ ਤੱਕ ਦਾ ਸਮਾਂ ਹੋ ਜਾਏਗਾ ਤੁਹਾਨੂੰ, ਇੰਨੀਆਂ ਬਾਣੀਆਂ ਨੇ ਉਹਦੇ ਵਿੱਚ, ਪਰ ਫਿਰ ਇੱਕ ਨਵਾਂ ਗੁਟਕਾ ਤਿਆਰ ਕਰ ਦਿੱਤਾ ਗਿਆ। ਫਿਰ ਇੱਦਾਂ ਦੇ ਲੋਕ ਵੀ ਆ ਗਏ, ਕਹਿੰਦੇ ਜੀ ਹੁਣ ਅਸੀਂ ਉਹਦਾ ਪਾਠ ਕਰਾਂਗੇ। ਫਿਰ ਹੱਥ ਜੋੜੇ ਉਹਨਾਂ ਅੱਗੇ, ਭਾਈ ਕਿਹੜੀ ਦੁੱਖ ਭੰਜਣੀ ਬਾਣੀ ਹੈ? ਕਿਹੜੇ ਗੁਰੂ ਸਾਹਿਬ ਤੋਂ ਮਿਸਟੇਕ ਹੋ ਗਈ ਵੀ ਉਹ ਬਾਣੀ ਦਾ ਸਿਰਲੇਖ ਨਹੀਂ ਲਿਖ ਸਕੇ ਉਸ ਵੇਲੇ? ਕਿ ਗੁਰੂ ਅਰਜਨ ਸਾਹਿਬ ਦੇ ਕੋਲ ਸਮਾਂ ਨਹੀਂ ਸੀਗਾ, ਜਿਨ੍ਹਾਂ ਨੇ ਆਪਣੀ ਹਜਾਤੀ ਦੇ 4 ਸਾਲ ਲਾ ਦਿੱਤੇ? ਰਾਮਸਰ ਸਾਹਿਬ ਦੇ ਅਸਥਾਨ ਤੇ ਬੈਠ ਕੇ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਉਸ ਗੁਰੂ ਨੂੰ ਜਿੰਨੇ ਵਾਰੀ ਨਮਸਕਾਰ ਕਰੀਏ ਥੋੜੀ ਹੈ। ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦੇ ਆ, ਦਾਤਾ ਜੀ ਤੁਸੀਂ ਆਪਣੇ ਘਰ ਨਹੀਂ ਗਏ। ਇਹ ਨਹੀਂ ਕਿ ਉਹ ਕਿਤੇ ਵੀ ਨਹੀਂ ਗਏ, ਉਹ ਗਏ ਨੇ, ਪਰ ਸਿਰਫ ਸ਼੍ਰੀ ਹਰਿਮੰਦਰ ਸਾਹਿਬ ਗਏ ਨੇ। 4 ਸਾਲ ਆਪਣੀ ਹਜਾਤੀ ਦੇ ਕੀਮਤੀ ਸਾਲ ਸਤਿਗੁਰਾਂ ਨੇ ਲਗਾ ਕੇ ਇਹ ਸਾਨੂੰ ਬਾਣੀ ਦਾ ਇਹ ਬੋਹਿਤ, ਇਹ ਖਜ਼ਾਨਾ ਸਤਿਗੁਰੂ ਜੀ ਨੇ ਬਖਸ਼ਿਆ। ਇਹਦੇ ਵਿੱਚ 3 ਵਸਤਾਂ ਰੱਖ ਦਿੱਤੀਆਂ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ विचारो। अमृत नाम ठाकुर का पैरो, जिसका सब सुधारो। अमृत नाम सदा सुख दाता। जिथे 3 वस्तां रखियां ने उथे अमृत नाम ठाकुर का पैरो,
जिसका सबस आधारो। फिर की आख्या, जे को खावे जे को पुंचै तिसका होए उधारो। क्योंकि जिस दिन तुसी अमृत नाम छकना है, जिस दिन तुसी अमृत नाम पुंजना है, ये चेता रखना। उहदे लई तुहानूं कुछ संयम कुछ परहेज भी दसे जाणगे। उत्थे शुभ गुणां नूं ग्रहण करना है, उत्थे जिहड़े दोष वकार ने उन्हां दा त्याग भी करना है। ये बाणी च स्पष्ट लिखिया है कि सतगुर सिख के बंधन काटे, गुर का सिख विकार ते हटे। गुरु तां सिख दे बंधन कटेगा, पर बशर्त गुरु दा सिख वकारां वाले पासों भी ते हटे ना। अज वो सज्जन साडे विच नहीं है। दिल्ली से गुरुद्वारा प्रबंधक कमेटी का मैंबर सी, बड़ा लंबा समा उन्हां दी गोलकां दी माया दी गिणती वास्ते ड्यूटी रही। देवनेत एक दिन रकाबगंज साहब गोलक खुली है, दोपहर का समा सी, मैं मत्था टेकण चला गया। उन्हां दे मूँह ते माता दे दाग सन। जिवें मैं मत्था टेक के बाहर निकलिया, वो भी मेरे नाल बाहर आ गए। कहन लगे, ज्ञानी जी मैं तो रोज अरदास करदा। मैं कहा की अरदास करदे हो? असीं हुण पौड़ियां च खलोते रकाबगंज साहब। कहन लगे, मैं महाराज वाल मूँह करके अरदास करदा भी महाराज पिछले औगण बख्श। मैं कहा जी बहुत अच्छी गल है। कहंदा मैं एक अरदास होर भी करदा। मैं कहा वो की? कहंदा अगे तो करन दा बल बख्श। साडी सारियां दी हालत है, कोई लंबी उम्र मंगी जाता है, कोई बहुता कारोबार मंगी जाता है, कोई धन सुख समृद्धि मंगी जाता है। भी पुछो लैके करना की है? कोई दान पुण्य करोगे, कोई धर्म की यात्रा करोगे, कोई किसी गरीब का कोई दुख वंडाओगे? देखो अज 2 साल होए ने कि गूगल दे मालिक ने 600 करोड़ उन्हें दान किया है। इत्थे जिहड़ा 100 रुपया दान करदा कहंदा जी मेरा पक्खे ते नाम लिख दिओ। हुणे भाई साहब होरां ने एक अनाउंसमेंट की है, शायद वो शब्द स्पष्ट नहीं कर सके कि दिल्ली से गुरुद्वारा प्रबंधक कमेटी ने फैसला किया है कि जिहड़े लोड़वंद परिवार ने उन्होंने घरां दे विच राशन पहुँचाया जाए। मैं इत्थे एक गल जरूर कहनी चाहुंदा, जिन्हों रब ने शक्ति समर्था दी है वो इनू सरकारी तेल ना मन्ने, इनू कोई सरकारी ग्रांट ना मन्ने, इनू कोई सरकारी खरात ना मन्ने। जिन्हों सच्चे पातशाह ने कुछ दिता है वो इहदे विच शामिल ना होवे, पर जिहदे कोल नहीं हैगा वो बिल्कुल शामिल होवे और अपने इलाके दे दिल्ली से गुरुद्वारा प्रबंधक कमेटी दे विच जिहड़े संगत दे नुमाइंदे ने मैंबर साहब उन्हां नाल संपर्क करे, उन्हां नूं घर विच राशन पहुँचाया जाएगा। ये फैसला किया है। जिथे मैं उन्हां नूं बेनती करदा कि जिन्हां नूं सचमुच लोड़ है उन्हां नूं संगण दी लोड़ नहीं, उन्हां नूं शर्म करन दी लोड़ नहीं। देखो अपने लोड़ वास्ते ते भगतां ने रब नूं भी कहा सी कि भूखे भगत ना कीजै, ये माला अपनी लीजै। आ फड़ माला अपनी, मेरे तो भुखे तो राम राम नहीं हुंदा। उत्थे कोई भी सुख समृद्धि वाला मनुख इहदे विच शामिल ना होवे कि चलो जी सरकारी ग्रांट आ रही मैं भी लै लवां। उत्थे एक बेनती मैं होर भी करना चाहुंदा, जिहड़े परिवार सरबग ने जिन्हां नूं सच्चे पातशाह ने इतनी शक्ति दी है कि वह दूजियां दा दुख वंडा सकते ने, वो दूजियां दे दुख में शरीक हो सकते ने। अज उन्हां नूं बेनती है कि वो इहदी सेवा में शामिल होण, कि वो कहण कि जदों राशन वंडण लगोगे उहदे विच साडा भी हिस्सा पाओ। और एक सुनेहा देने की कोशिश करिए आप कि भाई जदों
ਇਹ ਕੁਦਰਤ ਦਾ ਪ੍ਰਕੋਪ ਆਇਆ ਸੀ। ਜਦੋਂ ਬੜੀ ਵੱਡੀ ਸੰਸਾਰ ਦੇ ਵਿੱਚ ਇਹ ਮਹਾਮਾਰੀ ਆਈ ਸੀ, ਤੇ ਉਸ ਵੇਲੇ ਦਿੱਲੀ ਇੱਕ ਐਸਾ ਸ਼ਹਿਰ ਸੀ ਜਿੱਥੇ ਸਿੱਖਾਂ ਨੇ ਆਪਣੇ ਘਰਾਂ ਦੇ ਬੂਹੇ ਖੋਲ੍ਹ ਦਿੱਤੇ ਸਨ, ਦੁਖੀਆਂ ਦੇ ਦੁੱਖ ਵੰਡਾਉਣ ਵਾਸਤੇ, ਲੋੜਵੰਦਾਂ ਦੀ ਮਦਦ ਕਰਨ ਵਾਸਤੇ। ਮੈਂ ਕੋਸ਼ਿਸ਼ ਕਰਾਂਗਾ ਅੱਜ ਇਸ ਸਮੇਂ ਦੇ ਵਿੱਚ ਇਸ ਗੱਲ ਦੀ ਪ੍ਰੋੜਤਾ ਵਾਸਤੇ ਅੱਜ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਅੱਜ ਆਪਣਾ ਫੈਸਲਾ ਦਿੱਤਾ ਹੈ। ਸਪਸ਼ਟ ਲਿਖਿਆ ਸਤਿਗੁਰਾਂ ਨੇ ਕਿ ਇਹ ਚੇਤਾ ਰੱਖਣਾ ਕਿ ਰਾਤੀ ਕਾਲ ਘਟੈ ਦਿਨ ਕਾਲ। ਰਾਤ ਬੀਤ ਗਈ, ਸਮਾਂ ਬੀਤ ਗਿਆ, ਦਿਨ ਆ ਗਿਆ, ਸਮਾਂ ਫਿਰ ਬੀਤ ਗਿਆ। ਇਹ ਦਿਨ ਤੇ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ। ਬੰਦਿਆ ਤੇਰੀ ਉਮਰ ਘਟ ਰਹੀ ਹੈ, ਮਤ ਸੋਚਣਾ ਮਹੀਨੇ ਦਾ ਕਰਫਿਊ ਹੈ, ਇਸ ਮਹੀਨੇ 'ਚ 1 ਮਹੀਨਾ ਉਮਰ ਸਾਡੀ ਸਭ ਦੀ ਘਟ ਜਾਣੀ ਹੈ, ਉਹ ਵੀ ਜੇ ਬਚੇ ਤੇ। ਜੇ ਉਮਰ ਹੀ ਘਟ ਗਈ ਤੇ ਵਾਹਿਗੁਰੂ ਜਾਣੇ, ਜੇ ਉਮਰ ਨਾ ਘਟੀ, ਜ਼ਿੰਦਗੀ ਨਾ ਘਟੀ, ਤੇ ਜ਼ਰੂਰ ਚੇਤਾ ਰੱਖਣਾ ਕਿ 1 ਮਹੀਨਾ ਜਿਹੜਾ ਹੈ ਉਹ ਇਹਦੇ ਵਿੱਚੋਂ ਮਾਈਨਸ ਹੋ ਜਾਏਗਾ। ਛਿਜੈ ਕਾਇਆ ਹੋਏ ਪਰਾਲ। ਜਿਵੇਂ ਜਿਵੇਂ ਦਿਨ ਤੇ ਰਾਤ ਬੀਤਦਾ ਹੈ, ਜਿਵੇਂ ਜਿਵੇਂ ਉਮਰ ਘਟਦੀ ਹੈ, ਉਵੇਂ ਉਵੇਂ ਸਰੀਰ ਦੀ ਸ਼ਕਤੀ ਵੀ ਘਟਦੀ ਹੈ। ਦੇਖੋ ਅੱਜ ਇੱਕ ਗੱਲ ਕਹੀ ਗਈ ਹੈ, ਵਾਹਿਗੁਰੂ ਕਰੇ ਸੱਚ ਹੋਵੇ, ਕਿ 10 ਸਾਲ ਦੇ ਬੱਚੇ ਨੂੰ ਅੱਜ ਦੀ ਬਿਮਾਰੀ ਤੋਂ ਕੋਈ ਖਤਰਾ ਨਹੀਂ ਹੈ। ਫਿਰ ਅਗਲੀ ਗੱਲ ਕਹੀ ਗਈ ਕਿ 50-60 ਸਾਲ ਤੱਕ ਬੰਦੇ ਨੂੰ ਕੋਈ ਖਤਰਾ ਨਹੀਂ ਹੈ। ਔਰ ਉਸ ਤੋਂ ਅਗਲੀ ਗੱਲ ਵੀ ਆਖੀ ਗਈ ਹੈ ਕਿ 70 ਤੋਂ ਉੱਪਰ ਤਾਂ ਖਤਰਾ ਹੀ ਖਤਰਾ ਹੈ, ਕਿਉਂਕਿ ਸਰੀਰ ਪਰਾਲ ਹੋ ਚੁੱਕਾ ਹੈ, ਪਰਾਲੀ ਵਰਗਾ ਹੈ। ਜਿਵੇਂ ਪਰਾਲੀ ਕਿਹਨੂੰ ਕਹਿੰਦੇ ਨੇ? ਝੋਨੇ ਨੂੰ ਪਰਾਲੀ ਨਹੀਂ ਕਹਿੰਦੇ। ਜਦੋਂ ਝੋਨੇ ਦੇ ਵਿੱਚੋਂ ਝੋਨਾ ਝਾੜ ਲਿਆ ਜਾਂਦਾ ਹੈ, ਜਦੋਂ ਉਹਦੇ ਵਿੱਚੋਂ ਚੌਲ ਕੱਢ ਲਏ ਜਾਂਦੇ ਨੇ, ਜੋ ਫੋਗ ਬਚਦਾ ਉਹਨੂੰ ਪਰਾਲੀ ਕਹਿੰਦੇ ਨੇ, ਜੋ ਖਾਲੀ ਹੈ, ਜੋ ਥੁੱਥ ਹੈ, ਜੋ ਕੇਵਲ ਅਨਾੜ ਰਹਿ ਗਿਆ, ਉਹਨੂੰ ਪਰਾਲੀ ਆਖਿਆ। ਵਰਤਨ ਵਰਤਿਆ ਸਰਬ ਜੰਜਾਲ। ਬੰਦਿਆ ਤੂੰ ਜਗਤ ਦੇ ਵਰਤਨ ਵਲੇਵੇ ਦੇ ਵਿੱਚ, ਤੂੰ ਇਸ ਜੰਜਾਲ ਦੇ ਵਿੱਚ ਤੂੰ ਫਸਿਆ ਰਿਹਾ। ਉਮਰ ਬੀਤ ਗਈ, ਸਰੀਰ ਪਰਾਲੀ ਹੋ ਗਿਆ, ਭੁੱਲਿਆ ਚੁੱਕ ਗਿਆ ਤਪ ਤਾਲ। ਤੇ ਤੂੰ ਇਹ ਇੰਨੀ ਗੱਲ ਵੀ ਭੁੱਲ ਗਿਆ ਕਿ ਮੈਨੂੰ ਭਗਤੀ ਬੰਦਗੀ ਕਰਨੀ ਚਾਹੀਦੀ ਸੀ। ਮੇਰਾ ਖਿਆਲ ਹੈ ਵੀ ਸਾਡੇ ਨਾਲ ਉਹ ਸਮਾਂ ਨਾ ਕਿਤੇ ਬਣ ਜਾਏ ਜਦੋਂ ਬਾਬਰ ਬਾਣੀ ਫਿਰੀ ਸੀ ਨਾ, ਜਿਨ੍ਹਾਂ ਨੇ ਕਦੇ ਰਾਮ ਰਾਮ ਨਹੀਂ ਸੀ ਕੀਤਾ, ਜਦੋਂ ਮੁਗਲ ਆਏ ਤਾਂ ਫਿਰ ਅੱਲਾ ਅੱਲਾ ਕਰਨ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸ਼ਾਇਦ ਖੁਦਾ ਖੁਦਾ ਕੀਤਿਆਂ ਬਚ ਜਾਈਏ, ਪਰ ਉਹਨੇ ਫਿਰ ਬਖਸ਼ਿਆ ਨਹੀਂ ਸੀਗਾ, ਉਹਨੇ ਸਭ ਨੂੰ ਖਤਮ ਕਰ ਦਿੱਤਾ ਸੀ। ਅੱਜ ਵੀ ਵਕਤ ਹੈ ਪਾਠ ਦਾ, ਭਗਤੀ ਦਾ, ਬੰਦਗੀ ਦਾ, ਸਿਮਰਨ ਦਾ। ਅਸਲ ਵਿੱਚ ਭਾਵ ਕੀ ਹੈ? ਤਾਤਪਰਜ ਕੀ ਹੈ? ਤਾਤਪਰਜ ਹੈ ਜਿਹੜਾ ਸਤਿਗੁਰਾਂ ਨੇ ਕੱਲ ਵੀ ਸਾਨੂੰ ਸਮਝਾਇਆ ਸੀ, ਉਹ ਹੈ ਪ੍ਰੇਮ, ਉਹ ਹੈ ਪਿਆਰ। ਔਰ ਉਹ ਪਿਆਰ ਕੇਵਲ ਰੱਬ ਨਾਲ ਨਹੀਂ, ਉਹ ਰੱਬ ਨਾਲ ਵੀ ਹੈ, ਰੱਬ ਦੀ ਕੁਦਰਤ ਨਾਲ ਵੀ ਹੈ, ਰੱਬ ਦੀ ਕਾਇਨਾਤ ਨਾਲ ਹੈ, ਰੱਬ ਦੀ ਪ੍ਰਕਿਰਤੀ ਨਾਲ ਹੈ, ਰੱਬ ਦੇ ਜੀਵਾਂ ਨਾਲ ਹੈ। ਔਰ ਜ਼ਰੂਰ ਚੇਤਾ ਰੱਖਣਾ, ਜਿਹੜਾ ਰੱਬ ਬੰਦੇ ਨਾਲ ਪਿਆਰ ਕਰੇਗਾ ਉਹ ਬਨਸਪਤੀ ਨਾਲ ਵੀ ਪਿਆਰ ਕਰੇਗਾ, ਉਹ ਪਸ਼ੂ ਪੰਛੀਆਂ ਨਾਲ ਵੀ ਪਿਆਰ ਕਰੇਗਾ। ਜਿਹੜੀ ਬੰਦੇ ਤੇ ਸਰਚ ਹੋਈ ਉਹ ਇਸੇ ਗੱਲ ਦੀ ਹੋਈ ਹੈ। ਤੁਸੀਂ ਕਿਸੇ ਮਨੁੱਖ ਦੇ ਘਰ ਜਾ ਕੇ ਵੇਖੋਗੇ, ਤੁਹਾਨੂੰ ਉਹਦੇ ਘਰ ਦੀ ਰੱਖ ਰਖਾਵ ਤੋਂ, ਬਨਾਵਟ ਤੋਂ ਪਤਾ ਲੱਗ ਜਾਏਗਾ ਕਿ ਇਹ ਵਿਅਕਤੀ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਵਾਲਾ ਵਿਅਕਤੀ, ਕਿਸ ਸੁਭਾਅ ਦਾ, ਕਿਸ ਬਿਰਤੀ ਦਾ,
ये किस जीवन जाच का मालक है। जिहड़े धर्मी होणगे उन्हां दे घर गुरबाणी दियां तुकां लिखियां होणगियां। जिहड़े नशई होणगे उन्हां दे घरां च बाहर होएगी। जिहड़े लोक दयावान होणगे उन्हां दे घर विच तुहानूं तरस दया प्यार वालियां निशानियां मिलणगियां। पर जिहड़े लोग लोकां ते जुल्म करन वाले होणगे, लोकां नाल लुੱਟ खसुੱਟ करन वाले होणगे, उन्हां दे घरां दे विच तुहानूं उदां दीयां ही सीनरियां उदां दीयां चीज़ां वेखण नूं प्राप्त होणगियां। भुलिया चुक गया तप ताल, बंदिया तू भुल गया, तेनू ये भी जाच भुल गई कि परमात्मा की भगती किवें करनी है। तप ताल दे अर्थ जिहड़े प्रोफैसर साहब सिंह ने कीते ने वो है बंदगी दा वल, रब दी सिफत सलाह दी जाच। अंधा झख झख पया झेर, इस अंधे मनुख ने की कीता, ये झखां मारियां लम्मे झमेले दे विच उन्हें अपने जीवन नूं बतीत कीता। अखीर इस गेड़े दे विच इस चेहरे दे विच रहिंदिआं वो संसार तो चला गया। पिछे रोवें लियावें फेर, हुण जिहड़े घर दे जी ने रोंदे ने भी किसी तरह वापस आ जाना चाहिए। मैं एक बेनती करा, ये गल बहुत मेरे अपने परिवार दे नेड़े दी है। अज भी बहुत प्यारी शख्सियत तो बुजुर्ग अज भी जिउंदे ने, पर मैं अपने कन्नां नाल सुनिया, कहंदे हुंदे सी बंदा किसी काम दा नहीं है। असीं किहनूं काम दा कहने आ? असीं उहनूं काम दा कहने आ जिहड़ा रिश्वत लै भी दवे, दे भी दवे, काम कर भी दवे, काम करा भी लवे, जिन्हें सारे पत्तन तरे होण असीं कहने जी बंदा बहुत वधिया है। मैं तो एक उदाहरण दिया करदा भी वो विचोले ने जाके ते लड़की दे फादर नूं दस्सिया कि एक लड़का है, सरकारी नौकरी है। लड़की दे फादर दी पहली गल ये सी भी तनख्वाह किन्नी है। वो कहंदा जी तनख्वाह छड्डो, तुसी तनख्वाह भावें 8-10 हज़ार ही है पर वो 25-30 हज़ार बना लैंदा है। लड़की दे फादर दे मूँह च पानी आ गया भी इहो जिहा लड़का कित्थे लभेगा। उन्हें विचोले नूं कहा भी हुण तू इदां कर, मेरे वल्लों ते हाँ है, उधरों पक्की ठट्ठी करा। पक्की ठट्ठी हो गई, ब्याह हो गया। महीने 6 नहीं लंघे, वो लड़की दा फादर विचोले दे बूहे अगे जाके बह गया, कहन लगा तू ते कुड़ी डोबती साडी। वो ते लालची ने, वो तो रोज कुड़ी नूं कुटमार करदे ने, तंग करदे ने, घर दे बाहर बिठा छड्डदे ने रात नूं। वो कहंदा भी होया की है? वो कहंदे भी वो कहंदे कार लैके आ। विचोला कहंदा जी मैं तुहानूं पहले दिन दस्सिया नहीं सीगा भी 8-10 हज़ार दा 25-30 हज़ार बना लैंदा है, ते जिहड़ा तुसीं स्कूटर दिता ਉਹਦੀ कार ते बढ़ाएगा ही ना, क्योंकि ਉਹਨੂੰ तो ਉਹਦਾ ते सुभाਅ है। अत करपट बंदे नूं असीं लायक करदे आ, योग समझदे आ। अत करपट जिहड़ा अत इस तरह के कर्मां विच लगा होया बंदा जिहड़ा है, असीं हमेशा दुनियादारी विच उहदी सिफत करदे, उहदी वडियाई करदे। पर सतगुरु ने एक गल सुचेत की है कि बहु प्रपंच कर पर धन लियावैं, सुत दारा पै आन लुटावैं, मन मेरे भूले कपट ना कीजै, अंत नबेरा तेरे जी पै लीजै। हुण वो जिहड़ा बड़े कपट करके धन लियाउंदा सी, जदों मर गया पिछे रोवें लियावें फेर, उन्हां सारियां दी कोई गल है भी ये वापस आउणा चाहिए। बिन बूझै किछ सूझै नाही,
पर जिन्ना चिर समझ नहीं आउंदी, जिन्ना चिर इस गल का पता नहीं लगता, उन्ना चिर जगत गुरु नूं जदों वरतन वलेवे दे विच कि भाई जे आपां नहीं समझ सकांगे तो फिर ये जरूर चेता रखिया कि मरन वाला तो मर गया है, ते पिछले रोण वाले जिहड़े ने वो रो रो के खपदे ने, मोया रो रोंदे मर जाही, वो मर गया, ये रोंदे मर जाणगे, नानक खसमै एवे भावै। गुरु नानक दे पिता महाराज कहते रब नूं भाउंदा ही इदां है कि ये रोंदे रहन, वो अपनी जिंदगी बर्बाद करके चला जाए। सही मोए जिन चित ना आवे, पर ये जरूर चेता रखना मरे वो ने जिन्हां ने रब वसारे है, नहीं तो नाम रहे हो साधु रहे हो गुर गोबिंद। कहो नानक ए जगत में किन जपियो गुरमंत्र। जिन्हां ने गुरु मंत्र का जाप किया है वो साधु भी हैगे ने, वो प्रभु दे प्यारे भी हैगे ने भाई, वो सदा अटल ने, सदीव ने, वो मरदे नहीं, ना वो मरे ना ठागे जाहे, जिनके राम वसै मन माहे। दूसरा श्लोक है महला पहला, मुआ प्यार प्रीत मोई, मुआ वैरवादी। बंदा मर गया, ਉਹਦਾ प्यार भी खत्म हो गया, ਜਿਹੜੇ लोग ਉਹਦੇ ਨਾਲ प्रीत करन वाले सी वो प्रीत भी मुक गई, वो प्यार भी मुक गया। ਜਿਹੜੇ लोग ਉਹਦੇ ਨਾਲ वैर विरोध करते सी ਉਹਦਾ वैर विरोध भी मुक गया। जदों मनुख तू मरेगा तेरा प्यार, तेरी प्रीत, तेरा वैर विरोध सब खत्म हो जाएगा। वन गया, वन कहते ने रंग नूं। साडे बजुर्ग बोलते होंदे सी ते वन सुवन्ने कपड़े पाउंदा है, रंग बरंगे। वन सुवन्ने दा अर्थ है रंग बरंगे। वन गया, वन तो अर्थ है रंग चला गया, रूप विनसिया। हुण उस मनुख दा केवल रंग नहीं गया, सगों सतगुरु अपनी बाणी दे विच समझाउंदे ने कि उस मनुख दी जवानी भी गई। आपां कहने ना देखो किन्ना रूप चढ़िया इहदे ते, रंग होर है, रूप होर है। दुखी देह रली, ये जिहड़ी शरीर जिहड़ा सी वो मिट्टी विच मिल गया। कित्थों आया कह गया, केहो ना सीओ केहो सी। हुण लोकां ने चर्चा शुरू कर दी। ओदा सोहना शरीर चला गया, रूप रंग नाश हो गया। ये जिहड़ा दुखी शरीर सी, दुखी देह जिहड़ी सी, विचारा शरीर जिहड़ा सी, वो मिट्टी विच रुल गया, उन्होंने अग खा गई जां मिट्टी विच उसनूं दफना दिता गया। हुण संसार दे विच गल्लां शुरू हो गई। परिवार वाले कहंदे ने भी पता नहीं कित्थों आया सी, कित्थे चला गया। हुण लोग ये भी कहंदे ने वो किहो ना सी, वो कहंदे उहो जिहा नहीं सीगा। किहो सी, वो इदां दा सी, वो इन्ना माड़ा नहीं सी, वो बड़ा ही चंगा सी। लोग उहदे चंगे माड़े की चर्चा शुरू करके बह गए। लोग यही गल्लां करी जांदे ने, आया सी चला गया, पता नहीं हुण कित्थे गया होएगा। मनमुख गल्लां गोईयां कीता चाओ रली। हुण जिहड़े मनमुख सी, जिन्हां नूं अजे भी गुरमत की सोझी नहीं मिली, रब दा ज्ञान नहीं मिलिया, वो अज भी गल्लां करी जांदे ने भी भाई चला ते गया, पर इन्हें अपनी जिंदगी विच ऐश बड़ी की, मौजां बड़ियां की, बड़े दुनिया के रंग तमाशे भोग के संसार तो गया। ते नानक सच्चे नाम बिन सिर खुर पत पाटी। पर एक गल चेता रखना कि सच्चे परमात्मा के नाम तो बिना सिर तो लैके पैरां तक
ਜਿਹੜੀ ਉਹਦੀ ਇੱਜ਼ਤ ਸੀ ਉਹ ਲੀਰੋ ਲੀਰ ਹੋ ਗਈ। ਸਵਾਲ ਇਹ ਨਹੀਂ ਹੈ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਜੇ ਤਿਸ ਨਜ਼ਰ ਨਾ ਆਵਈ, ਸਵਾਲ ਹੀ ਨਹੀਂ ਇਹਦੇ ਨਾਲ ਕਿੰਨੇ ਬੰਦੇ ਚੱਲਦੇ ਸੀ, ਇਹਦੇ ਅੱਗੇ ਪਿੱਛੇ ਗੱਡੀਆਂ ਕਿੰਨੀਆਂ ਚੱਲਦੀਆਂ ਸੀ, ਕਿੰਨੇ ਪੁੱਛਣਾ ਹੈ। ਅਸੀਂ ਭੁਲੇਖੇ ਵਿੱਚ ਆਇਆ ਗਿਆ ਮੂਆ ਨਾਉ, ਸਾਡੇ ਤੋਂ ਪਹਿਲਾਂ ਸਾਡੇ ਤੋਂ ਵੱਡੇ ਵੱਡੇ ਇਸ ਧਰਤੀ ਤੇ ਆਏ ਚਲੇ ਗਏ। ਵੱਡੇ ਵੱਡੇ ਅਹੁਦੇਦਾਰ, ਵੱਡੇ ਵੱਡੇ ਰਾਜੇ ਮਹਾਰਾਜੇ ਇਸ ਧਰਤੀ ਤੇ ਆਏ ਚਲੇ ਗਏ। ਅੱਜ ਉਹਨਾਂ ਦੀ ਕੋਈ ਨਿਸ਼ਾਨੀ ਵੀ ਨਹੀਂ ਹੈ, ਉਹਨਾਂ ਦਾ ਕੋਈ ਥੇ ਵੀ ਨਹੀਂ ਹੈ। ਉਹ ਲੋਕਾਂ ਦੀ ਮੈਮਰੀ ਵਿੱਚ ਵੀ, ਚੇਤੇ ਵਿੱਚ ਵੀ ਨਹੀਂ ਹੈ ਵੀ ਉਹ ਹੈਗੇ ਵੀ ਸੀ, ਆਏ ਵੀ ਸੀ, ਹੋਏ ਵੀ ਸੀ ਕਿ ਨਹੀਂ ਹੋਏ ਸੀ। ਤੋ ਸਤਿਗੁਰੂ ਬਾਣੀ ਦੇ ਵਿੱਚ ਸਮਝਾਉਂਦੇ ਨੇ, ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਮੈਂ ਤਾਂ ਹੀ ਬੇਨਤੀ ਸ਼ੁਰੂ ਕੀਤੀ ਸੀ ਕਿ ਅੱਜ ਵਕਤ ਹੈ ਭਾਈ, ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਕੱਲ ਨੂੰ ਲੰਬੀ ਬਾਂਹ ਕਰਕੇ ਕਹਿਣਾ ਹੈ ਕਿ ਸਾਡਾ ਮੁਰਸ਼ਦ ਗੁਰੂ ਨਾਨਕ ਵੱਡਾ ਹੈ, ਜਿਨ੍ਹਾਂ ਨੇ ਇਹ ਕਹਿਣਾ ਵੀ ਸਾਰੀ ਦੁਨੀਆ ਦੇ ਧਰਮਾਂ ਤੋਂ ਸਾਡਾ ਧਰਮ ਚੰਗਾ ਹੈ, ਤੇ ਜਿਨ੍ਹਾਂ ਨੇ ਇਹ ਦਾਅਵਾ ਕਰਨਾ ਹੈ ਕਿ ਸਾਰੇ ਧਰਮੀਆਂ ਤੋਂ ਸਿੱਖੀ ਵੱਡੀ ਹੈ, ਅੱਜ ਭਾਈ ਉਹਦਾ ਪ੍ਰਮਾਣ ਦਿਓ, ਉਹਦਾ ਸਬੂਤ ਦਿਓ, ਦੇਸ਼ਾਂ ਵਿਦੇਸ਼ਾਂ ਤੱਕ ਦਿਓ। ਸਵਾਲ ਇਹ ਨਹੀਂ ਕਿ ਗੌਰਮੈਂਟ ਦੀ ਐਡਵਾਈਸ ਨਹੀਂ ਮੰਨਣੀ, ਉਹ ਵੀ ਮੰਨਣੀ ਹੈ। ਮੈਡੀਕਲੀ ਜਿਹੜੀਆਂ ਡਾਕਟਰ ਦੀਆਂ ਨਸੀਹਤਾਂ ਨੇ ਅਸੀਂ ਉਹ ਵੀ ਮੰਨਣੀਆਂ ਨੇ, ਉਹ ਸਾਡੇ ਵਾਸਤੇ ਨੇ, ਸਾਡੇ ਲਈ ਨੇ, ਸਾਡੇ ਭਲੇ ਵਾਸਤੇ ਨੇ। ਸਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਅੱਜ ਸਵੇਰੇ ਨਿਊਯਾਰਕ ਤੋਂ ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਦੀ ਇੱਕ ਮੈਂ ਫੇਸਬੁੱਕ ਤੇ ਆਵਾਜ਼ ਸੁਣ ਰਿਹਾ ਸੀ, ਉਹਨੇ ਫੋਟੋ ਦਿੱਤੀ ਹੈ, ਛੋਟੀ ਜਿਹੀ ਉਮਰ ਦਾ ਸਿੱਖ ਨੌਜਵਾਨ ਉੱਥੇ ਚੜ੍ਹਾਈ ਕਰ ਗਿਆ ਨਿਊਯਾਰਕ ਵਿੱਚ। ਉਹ ਕਹਿੰਦੇ ਮੈਨੂੰ ਗੁਰਦੁਆਰੇ ਮਿਲਿਆ ਥੋੜੇ ਦਿਨ ਪਹਿਲਾਂ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਾਕਾ ਘਰ ਬਹਿ, ਤੇ ਕਹਿੰਦਾ ਮੈਨੂੰ ਮਖੌਲ ਕਰਦਾ ਰਿਹਾ, ਗੋਲਾ ਜੇ ਕਰੋਨੇ ਨਾਲ ਹੀ ਮਰਨਾ ਹੈ ਤਾਂ ਕੋਈ ਨਹੀਂ ਜੀ ਮਰ ਜਾਗੇ। ਉਹ ਕਹਿੰਦਾ ਮਰ ਗਿਆ। ਬਕਾਇਦਾ ਉਸ ਹੈੱਡ ਗ੍ਰੰਥੀ ਸਾਹਿਬ ਨੇ ਨਿਊਯਾਰਕ ਤੋਂ ਉਹਦੀ ਫੋਟੋ ਪਾਈ ਨਾਲ, ਔਰ ਇਹ ਦੱਸਿਆ ਵੀ ਇਹ ਲੜਕਾ ਮੈਨੂੰ ਹੀ ਮਿਲਿਆ ਸੀ, ਮੈਂ ਹੀ ਇਹਨੂੰ ਕਿਹਾ ਸੀ ਕਿ ਆਪਣੇ ਆਪ ਨੂੰ ਸੰਭਾਲੋ। ਅੱਜ ਬੜੇ ਲੋਕ ਨੇ, ਉਹ ਜੀ ਕਰੋਨੇ ਨਾਲ ਕੀ ਹੁੰਦਾ ਹੈ, ਉਹ ਨਹੀਂ ਹੁੰਦਾ ਤੇ ਫਿਰ ਜਾਓ ਹਸਪੀਟਲਾਂ 'ਚ ਭਾਈ, ਜਿੱਥੇ ਕਰੋਨੇ ਦੇ ਮਰੀਜ਼ ਨੇ, ਜਾਓ ਜਾ ਕੇ ਉਹਨਾਂ ਦੀ ਸੇਵਾ ਕਰੋ। ਫਿਰ ਸਿਰਫ ਆਪਣੀ ਗਲੀ 'ਚ ਗੇੜਾ ਦੇ ਕੇ ਤੁਸੀਂ ਕਹਿੰਦੇ ਜੀ ਕਰੋਨੇ ਨਾਲ ਕੁਝ ਨਹੀਂ ਹੁੰਦਾ। ਇਹੋ ਜਿਹੀਆਂ ਜਿਹੜੀਆਂ ਮੂਰਖ ਮਤੀਆਂ ਨੇ, ਇਹਨਾਂ ਨੂੰ ਨਾ ਧਰਮ ਦੇ ਵਿੱਚ ਥਾਂ ਹੈ, ਨਾ ਸਮਾਜ ਵਿੱਚ ਕੋਈ ਥਾਂ ਹੈ, ਨਾ ਹੀ ਸੰਸਾਰ ਦੇ ਵਿੱਚ ਕੋਈ ਥਾਂ ਹੈ। ਅੱਜ ਸਭ ਤੋਂ ਵੱਡੀ ਲੋੜ ਹੈ ਕਿ ਗੁਰ ਕੀ ਮਤ ਤੂੰ ਲਿਹੇ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਅੱਜ ਪਾਠ ਦੀ ਲੋੜ ਹੈ, ਹੰਕਾਰ ਦੀ ਲੋੜ ਨਹੀਂ ਹੈ। ਅੱਜ ਮੈਂ ਤੇ ਹਰ ਸਿੱਖ ਲੀਡਰ ਨੂੰ ਵੀ ਬੇਨਤੀ ਕਰਾਂਗਾ, ਦਾਅਵੇ ਨਾ ਕਰੋ, ਬੇਨਤੀਆਂ ਕਰੋ ਮਾਲਕ ਦੇ ਚਰਨਾਂ ਵਿੱਚ। ਅੱਜ ਸਿਰਫ ਬੇਨਤੀ ਹੋ ਸਕਦੀ ਹੈ, ਸੇਵਾ ਹੋ ਸਕਦੀ ਹੈ, ਕੋਈ ਦਾਅਵਾ ਨਹੀਂ ਹੋ ਸਕਦਾ। ਵੱਡੇ ਵੱਡੇ ਦਾਅਵਿਆਂ ਕਰਨ ਵਾਲਿਆਂ ਦੇ ਦਾਅਵੇ ਰੱਬ ਨੇ ਤੋੜ ਦਿੱਤੇ। ਜਿਹੜੇ ਕਹਿੰਦੇ ਸੀ ਅਸੀਂ ਮੰਗਲ ਤੇ ਜਾ ਕੇ ਜ਼ਮੀਨਾਂ ਵੇਚਾਂਗੇ, ਉਹਨਾਂ ਨੂੰ ਆ ਧਰਤੀ ਆਪਣੀ ਥਾਂ ਦੇਣੋਂ ਮੁਨਕਰ ਹੋ ਰਹੀ ਹੈ। ਇਟਲੀ ਵਰਗੇ ਮੁਲਕ ਦਾ ਬਾਦਸ਼ਾਹ ਕਹਿ ਰਿਹਾ ਹੈ ਵੀ ਹੁਣ ਉੱਪਰ ਵਾਲਾ ਹੀ ਬਚਾ ਸਕਦਾ ਹੈ, ਕਹਿੰਦਾ ਥੱਲੇ ਦੀਆਂ ਆਸਾਂ ਖਤਮ ਹੋ ਗਈਆਂ ਨੇ। ਮੈਂ ਫਿਰ ਬੇਨਤੀ ਕਰਾਂ, ਜਿਨ੍ਹਾਂ ਨੂੰ ਲੋੜ ਹੈ ਉਹ ਪਹੁੰਚ ਕਰੋ, ਤੇ ਜਿਨ੍ਹਾਂ ਦੇ ਕੋਲ ਸੱਚੇ ਪਾਤਸ਼ਾਹ ਨੇ ਸੁੱਖ ਸਮਰਿੱਧੀ ਦਿੱਤੀ ਹੈ ਉਹ ਇਹਦੇ ਵਿੱਚ ਹਿੱਸਾ ਪਾਓ। ਹਰ ਸ਼ਹਿਰ ਵਿੱਚ ਪਾਓ, ਹਰ ਦੇਸ਼ ਵਿੱਚ ਪਾਓ।
जिथे जिथे मेरे गुरु नानक दियां अंबैसियां ने, गुरुद्वारे ने, उन्हां गुरुद्वारा साहिबाना तो ये सहायता लोड़वंदां दी होनी चाहिए है। ये गल असीं सारे मनदे आ कि किसी दे घर खुशी होवे, सुख होवे, सदा पत्र उड़ीकना चाहिए। पर जे किसी दे घर दुख होवे तो सिर्फ अगर तुहानूं पता लग जाए, उत्थे जाके दुख दे दो शब्द जरूर साझे करने चाहिए। उत्थे जाके उन्हां दा दुख वंडाउणा चाहिए जे तुसीं वंडा सकदे। जे तुहानूं रब ने शक्ति समर्था दिती है, बाज गुरु जगत बौराना नामे सार ना पाई। परमेश्वर दा अमृत नाम सुखां दा दाता है और नाम ही है जिहड़ा अंत वेले साडे नाल जाएगा। बिना गुरु तो ये जगत बौराना है। जे किते ना साइंटिस्टां ने, विग्यानियां ने, देखो उस रब दे दिते ज्ञान तो विज्ञान पैदा होया। मैं तो रोज बेनती करदा भी ये एरोप्लेन ये बंदे दी करामात है, रब दी करामात नहीं है, ये बंदे दी करामात है। ट्रेना, बुलट ट्रेना, ये बंदे दी करामात है। बुर्ज खलीफे वर्गियां इमारतां, वर्ल्ड ट्रेड टावर वर्गियां इमारतां बंदे दी करामात है। पर ये कदे ना भुलना, बंदा रब दी करामात है। जिन्ना ज्ञान विज्ञान है ये बंदे करके है, पर ये क्यों भुल गए कि बंदा रब करके है। जे रब इहो जिहा बंदा पैदा ही ना करदा ते बंदा की कर लैंदा जी। कि वड्डा कौन है? वड्डा विज्ञानी नहीं है, वड्डा ते रब है जिन्हें विज्ञानी पैदा कीते ने। ते जे किते उस रब नूं नाल लैके तुरे हुंदे, आपां कल भी कोशिश कीती सी कि समझिए कि गुरु ज्ञान दा दाता है, गुरु साडा मार्गदर्शक है। गुरु ने केवल तुहानूं किसी रौ रीत तक सीमित नहीं किया कि चलो जी लंबे वाल कर लो जी, लंबे लंबे कशहरे पा लो जी, वड्डियां वड्डियां किरपाना लै लो जी। ये तो सिक्खी दी फ्रेमिंग सी कि वेखण वाले नूं किवें पता लगे तू कौन है। ये तेरी पहचान सी, ये तेरी आइडेंटिटी सी। जिवें हर मत दे विच हुण जे कोई पंडित होवे ते पुछण दी लोड़ नहीं होनी चाहिए, पर दुख ते इस गल दा कि ना मथे ते तिलक है, ना गले च जनेऊ है, ना पेट ते चक्कर ने, फिर भी कही जाता है बंदा, ना सिर ते बोधी है, फिर भी कही जाता जी असीं पंडित होंदे आ। होवें तू सिख ते मुख ते तेरे दाड़ा ना होवे, सिर ते दस्तार ना होवे, निशान ए सिक्खी पंज ई हरफ काफ, ना तेरे कोले कड़ा होवे, ना तेरे कोले कृपान होवे, ना तू कशहरे कंगे दा धारनी होवे, ते फिर भी कही जावे जी मैं सिख हाँ। फिर चंगा बई तू सिंह है ते चंगा सरदार है। जदों असीं गुरमत दीयां क्लासां लाउंदे सी उहदे कविता पढ़ाउंदे हुंदे सी कि गुटके दी थां चुक लैंदा अखबार है, चंगा बई तू सिंह है ते चंगा सरदार है। सवेरे उठ के जिहड़ा बाणी पढ़े वो सिख है, जिहड़ा गुरुद्वारे जावे वो सिख है, जिहड़ा संगत करे वो सिख है, जिहड़ा दसां नौआं दी किरत करे वो सिख है। वेलड़ सिख नहीं है। किसी वेले दी सिक्खी गुरु नानक ने प्रवान नहीं की। सच्चे पातशाह ने सानू उपदेश दिता है खाण दा, पहनण दा। जित खादे तन पीड़ी है, जित पहनदे तन पीड़ी है, जित चढ़े है तन पीड़ी है। सानू इत्थों तक भी दस्या है सवारी किहदी करनी है, खाना की है, पहनना की है। सानू तो इत्थों तक भी समझाया कि जित बोलिया पत पाई है सो बोलिया प्रवान। जिस बोलन दे नाल ही मूहे मूँह पाना खाए दी गल बन जाए
कि कुटमार हो जाए वो बोलने की भी की लोड़ है। बाबा बोलना क्या कही है, जे बोलना होवे तो की बोलना चाहिए, क्योंकि बोलत बोलत बड़े बेकारा, बिन बोले क्या करे विचारा। इस करके भाई संतन स्यों बोले उपकारी, मूर्ख स्यों बोले चख मारी। मूर्ख बंदा मिले तो नहीं बोलना चाहिए, क्योंकि जिथे बोलन हारी है तिथे चंगी चुप, उथे मस्ट कर रही है दा सिद्धांत है, शिक्षा है। बोलन तो लैके उठन बैठन तो लैके सानू हुक्म है। कि उठद्या बहद्या भी वाहो वाहो करें, उस रब की सिफत सलाह करनी है, ओदी इबादत करनी, ओदे गुण गाने ने। बाज गुरु जगत बौराना, नामे सार ना पाई, बिना गुरु तो जगत पागलों की नुम है, बावरियां की नुम है, बौराना है। इन्हों नाम की कीमत नहीं समझ आई। सतगुर सेवै से प्रवान, जिन ज्योति जोत मलाई। जिन्हां ने सच्चे गुरु की सेवा की है वो प्रवान होए, जिन्हां ने उस प्रभु परमात्मा दे नाल अपनी सुरत नूं जोड़िया है। सो साहिब सो सेवक तेहा, जिस भाना मन वसाई। जिन्हें अपने मालक दा भाना मन लिया, वो सेवक भी अपने मालक वर्ग है। अपने भाने कहो किन सुख पाया, अंधा अंध कमाई। कदे किसी ने अपने भाने विच रह के भी सुख कमाया, अपने भाने विच अपने आप विच रह के अंधा मनुख अंध कमाएगा। क्योंकि साडी हकीकत की है, हम अंधले अंध बिखै बिखराते, क्यों चालें गुर चाली। सतगुर दया करे सुख दाता, हम लावे आपन पाली। इस करके गुरसिख मीत चलो, गुर चाली। जो गुर कहे सोई भल मानो, हर हर कथा निराली। अपने भाने कहो किन सुख पाया, अंधा अंध कमाई। विख्या कदे ही रजे नाही, कदे विषय वकारा नाल भी कोई रजे है। मूर्ख भुख ना जाए, कदे मूर्खां दी भुख भी मिटी है। साडे मुल्क च एक बड़ा वड्डा मूर्ख होया, उन्हें ना नकली स्टैंप वो अस्टाम तैयार किए सी। मतलब एडा मूर्ख निकले आदमी भी कई हजार करोड़ों की वो नकली कमाई कर गया। जे किते थोड़ा जिहा सियाणा हुंदा ते 1-2 हज़ार करोड़ कमा के निकल जाता, पर मूर्ख की भुख जाती नहीं ना। कदे विषय वकारां दे विच भी किसी की भुख मिटी है ना, नहीं तो थोड़ी बहुती बेईमानी करदा ते निकल जाता। अखीर बाकी जिंदगी सारी ओदी मुड़ के जेलों का हिस्सा बनी, फिर वो एक नामराद बीमारी का पीड़ित भी बनया। सच्चे पातशाह सानू बाणी विच समझाउंदे ने, ये नहीं है कि आपां कहिए जी 2 नंबर की कमाई नाल की हुंदा है जी, माड़े कम्मां नाल की हुंदा है जी। माड़े कम्मां नाल इह हुंदा है कि बंदा उहदे चों निकल ही नहीं सकता। इन्हां विषय वकारां तो फिर तक कोई गुरु ही कढ़े तो कढ़े सानू आके। भूमिए चोर नूं गुरु नानक ने ही बचाया सी, सज्जन ठग नूं गुरु नानक ने ही बचाया सी। कौडे वर्गे राक्षस का उद्धार गुरु नानक ने कीता सी। फिर तो कोई गुरु नानक ही मिलेगा तो ये राक्षस वृत्ति खत्म हो सकती है, ये चोरियां चकारियां खत्म हो सकदियां ने, ये ठगियां, ये लोकां नूं मार के खाण वालियां ये बुराइयां खत्म हो सकदियां ने। नहीं तो कदे बुराइयां भी छुटदियां ने, ये वादड़ियां सजादड़ियां नहीं छुटदियां। ये तो बलिहारी गुरे अपने दिओहाड़ी सदवार, जिन मानस दे देवते किए करत न लागी बार। ये तो गुरु नानक साहब महाराज कहते भाई अपने गुरु तो सदके जाओ। ये तो गुरु ही कर सकता है कि विख्या कदे
ही रजे नाही, मूरख भुख ना जाई, दूजे सब को लग विगूता, बिन सतगुर बूझ ना पाई। दूजे भाव दे विच लग के हर मनुख वगूता है, हर मनुख ने अपना सब कुछ गवाया है, बिना सतगुरु तो किसी ने सोझी नहीं पाई। सतगुर सेवे सो सुख पाए, जिसनों किरपा करे रजाई। उस रब की रजा विच मर्जी विच जिन्हां ते बख्शिश होएगी वो सतगुरु नूं मिलणगे, क्योंकि सतगुरु का मिलाप भी एवें नहीं हुंदा। जे हुंदा होवे ते की लोकां नूं पता नहीं गुरु ग्रंथ साहब जी का, कि गुरुद्वारे का नहीं पता, कि अमृत की अहमियत का नहीं पता। पर सच की है कि जानदियां होया कि अमृत अमोलक दात है, असी नहीं सकते। ये जानदियां होया कि नशा निरी मौत है, असी मुल लैके खाने पाई। असल में साडी साडे भाग धुर मंदियां दी ये निशानी है कि सब कुछ होंदियां होया कुकेंदियां चुगेंदियां मत्ती देंदियां नित, जो शैतान वंझाया से कित फेरै चित। ऐसे असी शैतान दे वगाड़े होए हैं, वंझाए होए हैं। ऐसा सानू उन्हें औजड़ रस्ते ते पाया होया है कि सानू किसी गुरु की कोई बाणी साडे ते असर नहीं करती। कोई राग दा शब्द, कोई किसी भगत दा शब्द, कोई किसी गुरु साहब दा शब्द, इन्ना वड्डा खजाना 1430 अंग सच्चे पातशाह की समर्थ बाणी नाल भरे हुए ने पाई। आओ गुरु दे लड़ लगिए, गुरबाणी पढ़िए और गुरु दे उपदेश नूं फिर अपने जीवन विच कमाइए। जिन्हां ने इसकी कमाई की है उन्हां दा ही लोक सुखी है, उन्हां दा ही परलोक सुहेला है। इन्हें शब्द प्रवान करना भुल्ला बख्शो जी। फतेह बुलाओ। वाहिगुरू जी का